ਪੰਜਾਬ ਪੰਜਾਬੀ ਅਤੇ ਉਰਦੂ ਦੀ ਆਪਸੀ ਸਾਂਝ। ਪੰਜਾਬ ਭਾਰਤ ਦੇ ਉੱਤਰ ਪੂਰਬ ਵਿੱਚ ਸਥਿਤ ਹੈ। ਵੱਖ-ਵੱਖ ਸਮਿਆਂ ਦੌਰਾਨ ਇਸ ਖੇਤਰ ਦਾ ਨਾਂ ਬਦਲ ਕੇ ਹੁਣ ਪੰਜਾਬ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ ਅਤੇ ਆਬ ਦਾ ਜੋੜ ਹੈ, ਜਿਸ ਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ਅਤੇ ਉਹ ਪੰਜ ਪਾਣੀ ਜਾਂ ਦਰਿਆ ਹਨ: ਸਤਲੁਜ, ਰਾਵੀ, ਬਿਆਸ, ਜੇਹਲਮ ਅਤੇ ਚਨਾਬ। ਭਾਰਤ ਦੀ ਵੰਡ ਤੋਂ ਪਹਿਲਾਂ ਪੰਜਾਬ ਇੱਕ ਵਿਸਤਾਰ ਸੂਬਾ ਸੀ। ਸੰਯੁਕਤ ਪੰਜਾਬ ਦੀਆਂ ਹੱਦਾਂ ਪੱਛਮ ਵਿੱਚ ਪੇਸ਼ਾਵਰ ਦੀ ਹੱਦ ਤੋਂ ਸ਼ੁਰੂ ਹੋ ਕੇ ਪੂਰਬ ਵਿੱਚ ਸ਼ਿਮਲਾ ਦੇ ਪਹਾੜੀ ਇਲਾਕਿਆਂ ਤੱਕ, ਉੱਤਰ ਵਿੱਚ ਜੰਮੂ ਕਸ਼ਮੀਰ ਅਤੇ ਦੱਖਣ ਵਿੱਚ ਦਿੱਲੀ ਤੱਕ ਫੈਲੀਆਂ ਹੋਈਆਂ ਸਨ। ਲਾਹੌਰ ਪੰਜਾਬ ਦਾ ਸਾਹਿਤਕ ਅਤੇ ਸੱਭਿਆਚਾਰਕ ਕੇਂਦਰ ਸੀ। ਉਸ ਸਮੇਂ ਵਿੱਚ ਪੰਜਾਬ ਉਰਦੂ ਭਾਸ਼ਾ ਅਤੇ ਸਾਹਿਤ ਦਾ ਕੇਂਦਰ ਸੀ ਅਤੇ ਸਿੱਖਿਆ ਦਾ ਮਾਧਿਅਮ ਉਰਦੂ ਸੀ। ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦਾ ਚਲਨ ਸੀ। ਇਹ ਭਾਸ਼ਾ ਰੋਜ਼ਗਾਰ ਨਾਲ ਜੁੜੀ ਹੋਈ ਸੀ। ਜ਼ਿਆਦਾਤਰ ਅਖ਼ਬਾਰ ਅਤੇ ਰਸਾਲੇ ਉਰਦੂ ਵਿੱਚ ਹੀ ਛਪਦੇ ਸਨ। ਸਰਕਾਰੀ ਅਤੇ ਦਰਬਾਰੀ ਕੰਮ ਉਰਦੂ ਭਾਸ਼ਾ ਵਿੱਚ ਹੀ ਕੀਤੇ ਜਾਂਦੇ ਸਨ। ਇਸ ਦਾ ਪੱਕਾ ਸਬੂਤ ਮੌਜੂਦਾ ਦੌਰ ਵਿੱਚ ਪੰਜਾਬ ਦੀਆਂ ਅਦਾਲਤਾਂ ਅਤੇ ਰੋਜ਼ਾਨਾ ਭਾਸ਼ਾ ਵਿੱਚ ਫ਼ਾਰਸੀ ਅਤੇ ਉਰਦੂ ਸ਼ਬਦਾਂ ਦੇ ਵਾਧੇ ਤੋਂ ਲਗਾਇਆ ਜਾ ਸਕਦਾ ਹੈ। ਪੰਜਾਬ ਦਾ ਖੇਤਰ ਸੱਭਿਆਚਾਰਕ, ਇਤਿਹਾਸਿਕ ਅਤੇ ਸਾਹਿਤਕ ਲਿਹਾਜ਼ ਤੋਂ ਬਹੁਤ ਜ਼ਿਆਦਾ ਮਹੱਤਤਾ ਦਾ ਹਾਮਿਲ ਹੈ। ਪੰਜਾਬ ਇੱਕ ਸੰਯੁਕਤ ਸੱਭਿਆਚਾਰ ਤੇ ਸਭਿਅਤਾ ਦੀ ਨਿਸ਼ਾਨੀ ਹੈ ਅਤੇ ਇਸ ਸੰਯੁਕਤ ਸੱਭਿਆਚਾਰ ਵਿੱਚ ਸੂਫ਼ੀਆਂ, ਸੰਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਿਵੇਂ ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਆਦਿ। ਇਹ ਉਹ ਸੂਫ਼ੀ ਬਜ਼ੁਰਗ ਸਨ ਜਿਨ੍ਹਾਂ ਨੇ ਆਪਣੇ ਕਲਾਮ ਵਿੱਚ ਏਕਤਾ, ਆਪਸੀ ਭਾਈਚਾਰਾ, ਹਮਦਰਦੀ, ਇਨਸਾਨੀਅਤ ਜਿਹੇ ਮਹਾਨ ਗੁਣਾਂ ਦੀ ਸਿੱਖਿਆ ਦਿੱਤੀ। ਸਿੱਖ ਧਰਮ ਦੀ ਪਵਿੱਤਰ ਕਿਤਾਬ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਾਇਰਾਂ ਦਾ ਕਲਾਮ ਮੌਜੂਦ ਹੈ, ਉਨ੍ਹਾਂ ਵਿੱਚ ਮੁਸਲਮਾਨ ਬਜ਼ੁਰਗ ਬਾਬਾ ਫ਼ਰੀਦ, ਹਿੰਦੂ ਸੰਤ ਕਬੀਰ ਅਤੇ ਨਾਮਦੇਵ ਵੀ ਸ਼ਾਮਿਲ ਹਨ। ਇਹ ਸੂਫ਼ੀ ਸੰਤ ਦਰਵੇਸ਼ ਗੁਰੂ ਸਾਹਿਬਾਨ ਪੰਜਾਬ ਦੀ ਧਰਤੀ 'ਤੇ ਇੰਨੇ ਪ੍ਰਸਿੱਧ ਹੋਏ ਕਿ ਇਨ੍ਹਾਂ ਸਭ ਦੇ ਸੁਨੇਹੇ ਪੰਜਾਬ ਦੀ ਪਛਾਣ ਬਣ ਗਏ। ਇਸ ਖੇਤਰ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਬਗ਼ੈਰ ਦੀਨ ਧਰਮ ਦੇ ਪੰਜਾਬ ਦੇ ਸੰਯੁਕਤ ਸੱਭਿਆਚਾਰ ਨੂੰ ਆਪਸੀ ਸਹਿਣਸ਼ੀਲਤਾ ਅਤੇ ਭਾਈਚਾਰਗੀ ਦੇ ਨਾਲ ਪ੍ਰਵਾਨ ਚੜ੍ਹਾ ਰਹੇ ਹਨ। ਇਸ ਸੰਯੁਕਤ ਸੱਭਿਆਚਾਰ ਦੇ ਵੱਖ-ਵੱਖ ਤੱਤਾਂ ਵਿੱਚ ਕੌਮੀ ਜਨੂੰਨ, ਦੇਸ਼ ਭਗਤੀ, ਬਲੀਦਾਨ ਦੀ ਭਾਵਨਾ ਅਤੇ ਕੁਰਬਾਨੀ, ਇੱਕ ਦੂਜੇ ਦੀ ਇੱਜ਼ਤ, ਪੰਜਾਬ ਅਤੇ ਪੰਜਾਬੀਅਤ ਦੀ ਪਛਾਣ ਬਣੇ ਹੋਏ ਹਨ। ਉਰਦੂ ਸ਼ਾਇਰਾਂ ਅਤੇ ਲੇਖਕਾਂ ਨੇ ਆਪਣੇ ਕਲਾਮ ਵਿੱਚ ਪੰਜਾਬ ਦੇ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ। ਸੁਨਾਇਆ ਰਾਤ ਕੋ ਕਿੱਸਾ ਜੋ ਹੀਰ ਰਾਂਝੇ ਕਾ, ਸੁਨਾਇਆ रात को किस्सा जो हीर रांझे का, तो अहले दर्द को पंजाबियों ने लूट लिया। ਉਰਦੂ ਅਤੇ ਪੰਜਾਬ ਦਾ ਗਹਿਰਾ ਰਿਸ਼ਤਾ ਸ਼ੁਰੂ ਤੋਂ ਹੀ ਰਿਹਾ ਹੈ। ਇਲਾਮਾ ਇਕਬਾਲ ਵੀ ਪੰਜਾਬ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੇ ਹਵਾਲੇ ਨਾਲ ਇਸ ਤਰ੍ਹਾਂ ਕਰਦੇ ਹਨ: फिर उठी आखिर सदा तौहीद की पंजाब से, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਪੰਜਾਬ ਦੇ ਸੰਯੁਕਤ ਸੱਭਿਆਚਾਰ ਨੇ ਭਾਰਤ ਨੂੰ ਪੰਜਾਬੀ ਭਾਸ਼ਾ ਦੇ ਨਾਲ-ਨਾਲ ਉਰਦੂ ਭਾਸ਼ਾ ਤੋਂ ਵੀ ਅਮੀਰ ਕੀਤਾ, ਜਿਸ ਦੇ ਲਈ ਅਕਸਰ ਭਾਸ਼ਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਰਦੂ ਦਾ
ਅਸਲ ਜਨਮ ਸਥਾਨ ਪੰਜਾਬ ਹੀ ਹੈ। ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਕਾਫੀ ਸ਼ਬਦ ਮਿਲਦੇ ਜੁਲਦੇ ਪਾਏ ਜਾਂਦੇ ਹਨ। ਪੰਜਾਬੀ ਅਤੇ ਉਰਦੂ ਵਿੱਚ 60% ਤੋਂ ਜ਼ਿਆਦਾ ਸ਼ਬਦ ਮਿਲਦੇ ਜੁਲਦੇ ਹਨ। ਉਰਦੂ ਭਾਰਤ ਦੀ ਉਹ ਪੁਰਾਣੀ ਭਾਸ਼ਾ ਹੈ ਜੋ ਨਵੇਂ ਭਾਰਤੀ ਆਰੀਅਨ ਦੌਰ ਵਿੱਚ ਸ਼ੁਰੂ ਹੋ ਕੇ ਪੂਰੇ ਦੇਸ਼ ਵਿੱਚ ਫੈਲੀ ਹੈ। ਸ਼ੁਰੂ ਵਿੱਚ ਇਸ ਨੂੰ ਹਿੰਦਵੀ ਅਤੇ ਹਿੰਦੀ ਦੇ ਨਾਂ ਦਿੱਤੇ ਗਏ, ਪਰ ਇਸ ਅਸਲੀਅਤ ਨੂੰ ਐਤਰਾਫ਼ ਮੰਨਣਾ ਸ਼ੁਰੂ ਪਵੇਗਾ ਕਿ ਉਰਦੂ ਭਾਸ਼ਾ ਪੰਜਾਬ ਵਿੱਚ ਪੈਦਾ ਹੋਈ ਅਤੇ ਇੱਥੇ ਹੀ ਜਵਾਨ ਹੋਈ। ਇਸ ਭਾਸ਼ਾ ਦੀ ਤਰੱਕੀ ਅਤੇ ਵਿਕਾਸ ਵਿੱਚ ਸਭ ਤੋਂ ਪ੍ਰਸਿੱਧ ਸੇਵਾਵਾਂ ਪੰਜਾਬ ਦੇ ਲੇਖਕਾਂ ਦੀਆਂ ਰਹੀਆਂ ਹਨ। ਪ੍ਰੋਫੈਸਰ ਮਹਿਮੂਦ ਸ਼ੀਰਾਨੀ ਦੀ ਮਸ਼ਹੂਰ ਕਿਤਾਬ ਪੰਜਾਬ ਮੇਂ ਉਰਦੂ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਪ੍ਰੋਫੈਸਰ ਮਹਿਮੂਦ ਸ਼ੀਰਾਨੀ ਪੰਜਾਬ ਮੇਂ ਉਰਦੂ ਵਿੱਚ ਲਿਖਦੇ ਹਨ, ਉਰਦੂ ਅਤੇ ਪੰਜਾਬੀ ਭਾਸ਼ਾ ਦਾ ਜਨਮ ਸਥਾਨ ਇੱਕ ਹੀ ਮੁਕਾਮ ਹੈ। ਦੋਨਾਂ ਨੇ ਇੱਕ ਹੀ ਥਾਂ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਜਦੋਂ ਸਿਆਣੀਆਂ ਹੋ ਗਈਆਂ ਤਾਂ ਇਨ੍ਹਾਂ ਵਿੱਚ ਵੱਖਰਤਾ ਸਥਿਤ ਹੁੰਦੀ ਹੈ। ਪੰਜਾਬੀ ਅਤੇ ਉਰਦੂ ਵਿੱਚ ਕੁਝ ਅੱਖਰ ਆਪਸ ਵਿੱਚ ਤਬਦੀਲ ਹੋ ਜਾਂਦੇ ਹਨ। ਮਿਸਾਲ ਲਈ ਪੰਜਾਬੀ ਦਾ ਵਾਵਾ ਉਰਦੂ ਵਿੱਚ ਬੱਬੇ ਵਿੱਚ ਬਦਲ ਜਾਂਦਾ ਹੈ, ਜਿਵੇਂ ਪੰਜਾਬੀ ਵੇਚਣਾ ਉਰਦੂ ਵੇਚਣਾ, ਪੰਜਾਬੀ ਵਾਲ ਉਰਦੂ ਬਾਲ। ਉਰਦੂ ਵਿੱਚ ਬ੍ਰਿਜ ਲਹਿਜੇ ਜਾਂ ਪੰਜਾਬੀ ਲਹਿਜੇ ਦਾ ਸਖਤ ਮੁਕਾਬਲਾ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਇੱਕ ਹੀ ਸਮੇਂ ਵਿੱਚ ਇੱਕ ਸ਼ਬਦ ਦੋਨਾਂ ਲਹਿਜਿਆਂ ਵਿੱਚ ਬੋਲਿਆ ਜਾਂਦਾ ਹੈ, ਜਿਵੇਂ ਉਰਦੂ ਬਾਦਲ ਪੰਜਾਬੀ ਬੱਦਲ, ਉਰਦੂ ਬਾਜ਼ਾਰ ਪੰਜਾਬੀ ਬਾਜ਼ਾਰ। ਉਰਦੂ ਦਾ ਕਿਉਂਕਿ ਪੰਜਾਬ ਵਿੱਚ ਜਨਮ ਹੋਇਆ, ਇਸ ਲਈ ਜ਼ਰੂਰੀ ਹੈ ਕਿ ਉਹ ਜਾਂ ਤਾਂ ਪੰਜਾਬੀ ਦੇ ਸਮਾਨ ਹੋਵੇ ਜਾਂ ਉਸ ਦੇ ਨੇੜੇ ਦੀ ਰਿਸ਼ਤੇਦਾਰ ਹੋਵੇ। ਪੰਜਾਬ ਹਰ ਖੇਤਰ ਵਿੱਚ ਆਪਣੀ ਬਿਹਤਰੀ ਮਨਵਾਉਂਦਾ ਰਿਹਾ ਹੈ। ਗਿਆਨ, ਸਾਹਿਤ ਅਤੇ ਸੱਭਿਅਤਾ ਦੇ ਵਿਕਾਸ ਵਿੱਚ ਵੀ ਇਸ ਖੇਤਰ ਨੇ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਉਰਦੂ ਸਾਹਿਤ ਦੇ ਇਤਿਹਾਸ ਦਾ ਧਿਆਨ ਨਾਲ ਅਧਿਐਨ ਕਰਦੇ ਹਾਂ ਤੇ ਇਸ ਦੇ ਸ਼ੁਰੂਆਤੀ ਪਿਛੋਕੜ 'ਤੇ ਨਿਗਾਹ ਮਾਰਦੇ ਹਾਂ ਤਾਂ ਅਸਲੀਅਤ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਲੇਖਕਾਂ ਦਾ ਜ਼ਿਕਰ ਕੀਤੇ ਬਿਨਾਂ ਉਰਦੂ ਸਾਹਿਤ ਦਾ ਇਤਿਹਾਸ ਕਿਸੇ ਤਰ੍ਹਾਂ ਵੀ ਮੁਕੰਮਲ ਨਹੀਂ ਹੋ ਸਕਦਾ। ਪੰਜਾਬ ਨੇ ਉਰਦੂ ਸ਼ਾਇਰੀ ਅਤੇ ਵਾਰਤਕ ਦੇ ਹਵਾਲੇ ਨਾਲ ਉਰਦੂ ਸਾਹਿਤ ਨੂੰ ਅਜਿਹੇ ਭਰੋਸੇਯੋਗ ਮਾਣ ਵਾਲੇ ਸ਼ਾਇਰ ਅਤੇ ਸਾਹਿਤਕਾਰ ਅਤਾ ਕੀਤੇ, ਜਿਨ੍ਹਾਂ ਨੇ ਉਰਦੂ ਸਾਹਿਤ ਦੇ ਹਵਾਲੇ ਨਾਲ ਵੱਖ-ਵੱਖ ਵੰਨਗੀਆਂ ਵਿੱਚ ਸਤਿਕਾਰ ਵਾਲੇ ਕੰਮ ਅੰਜਾਮ ਦਿੱਤੇ ਹਨ। ਸ਼ਾਇਰੀ ਦੇ ਹਵਾਲੇ ਨਾਲ ਇਕਬਾਲ, ਫੈਜ਼, ਹਫੀਜ਼ ਜਲੰਧਰੀ, ਸਾਹਿਲ ਲੁਧਿਆਣਵੀ ਆਦਿ। ਵਾਰਤਕ ਦੇ ਹਵਾਲੇ ਨਾਲ ਅਲਤਾਫ ਹੁਸੈਨ ਹਾਲੀ, ਮੌਲਵੀ ਮੁਹੰਮਦ ਹੁਸੈਨ ਆਜ਼ਾਦ, ਸ਼ਿਬਲੀ ਨੋਮਾਨੀ, ਸਰ ਸੱਯਦ ਅਹਿਮਦ ਖਾਂ, ਡਿਪਟੀ ਨਜ਼ੀਰ ਅਹਿਮਦ ਆਦਿ ਦੇ ਨਾਂ ਕਮਾਲ ਦੇ ਹਨ। ਇਸ ਤੋਂ ਇਲਾਵਾ ਇੱਥੇ ਦੇ ਲੇਖਕਾਂ ਨੇ ਵਿਅੰਗ ਤੇ ਮਜ਼ਾਕ ਅਤੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਕੰਮ ਅੰਜਾਮ ਦਿੱਤੇ ਹਨ। ਡਾਕਟਰ ਸਤਨਾਮ ਸਿੰਘ ਖੁਮਾਰ ਉਰਦੂ ਪੰਜਾਬ ਔਰ ਸਿੱਖ ਸ਼ੋਰਾ ਕਿਤਾਬ ਵਿੱਚ ਪੰਨਾ ਨੰਬਰ 9 ਤੇ ਲਿਖਦੇ ਹਨ, ਉਰਦੂ ਸਾਹਿਤ ਅਤੇ ਸ਼ਾਇਰੀ ਵਿੱਚ ਪੰਜਾਬੀਆਂ ਨੂੰ ਪਾਗਲਪਨ ਦੀ ਹੱਦ ਤੱਕ ਮੁਹੱਬਤ ਹੈ। ਉਹ ਸ਼ਾਇਦ ਇਸ ਲਈ ਕਿ ਪੰਜਾਬ ਇਸ ਭਾਸ਼ਾ ਦੀ ਜਨਮ ਭੂਮੀ ਹੈ। ਡਾਕਟਰ ਵਜ਼ੀਰ ਆਗਾ ਇੱਕ ਥਾਂ ਲਿਖਦੇ ਹਨ, ਜਦੋਂ ਪੰਜਾਬ ਦਾ ਸਾਹਿਤਕਾਰ ਉਰਦੂ ਭਾਸ਼ਾ ਵਿੱਚ ਲਿਖਦਾ ਹੈ ਤਾਂ ਆਪਣੀ ਜਨਮ ਭੂਮੀ ਦੀ ਸਾਰੀ ਖੁਸ਼ਬੂ ਅਤੇ ਲਹਿਜੇ ਨੂੰ ਉਰਦੂ ਵਿੱਚ ਤਬਦੀਲ ਪੇਸ਼ ਕਰਨ ਲਈ ਮਜਬੂਰ ਹੁੰਦਾ ਹੈ। ਪੰਜਾਬ ਅਤੇ ਉਰਦੂ ਦਾ ਆਪਸੀ ਰਿਸ਼ਤਾ ਬੜਾ ਸਥਿਰ ਅਤੇ ਸਿਹਤਮੰਦ ਹੈ, ਕਿਉਂਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਉਰਦੂ ਭਾਸ਼ਾ ਅਤੇ
ਸਾਹਿਤ ਦਾ ਖਾਸ ਕੇਂਦਰ ਸੀ। ਸਕੂਲਾਂ ਅਤੇ ਕਾਲਜਾਂ ਵਿੱਚ ਇਸ ਦਾ ਚਲਨ ਸੀ। ਇਹ ਭਾਸ਼ਾ ਰੋਜ਼ਗਾਰ ਨਾਲ ਸੰਬੰਧਿਤ ਸੀ, ਪਰ ਬਦਕਿਸਮਤੀ ਦੇ ਨਾਲ ਦੇਸ਼ ਦੀ ਵੰਡ ਦੇ ਨਾਲ ਇਸ ਨੂੰ ਆਪਣੇ ਹੀ ਦੇਸ਼ ਵਿੱਚ ਬੇਘਰ ਹੋਣਾ ਪਿਆ। ਸਾਹਿਲ ਲੁਧਿਆਣਵੀ ਲਿਖਦੇ ਹਨ, ਆਜ਼ਾਦੀਏ ਕਾਮਿਲ ਕਾ ਐਲਾਨ ਹੁਆ ਜਿਸ ਦਿਨ, ਆਜ਼ਾਦੀਏ ਕਾਮਿਲ ਕਾ ਐਲਾਨ ਹੁਆ ਜਿਸ ਦਿਨ, ਮਾਤੂਬ ਜ਼ੁਬਾਂ ਠਹਿਰੀ ਗੱਦਾਰ ਜ਼ੁਬਾਂ ਠਹਿਰੀ। ਜਿੱਥੇ ਇਹ ਹਕੀਕਤ ਹੈ ਕਿ ਉਰਦੂ ਪੰਜਾਬ ਵਿੱਚ ਜਨਮੀ, ਉੱਥੇ ਇਹ ਵੀ ਇੱਕ ਸੱਚਾਈ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਉਰਦੂ ਨੂੰ ਸਿਰਫ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ, ਜਦੋਂ ਕਿ ਭਾਸ਼ਾਵਾਂ ਧਰਮ ਦੀਆਂ ਨਹੀਂ ਸੱਭਿਅਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਪੰਜਾਬ ਦੀ ਤਬੀਅਤ ਵਿੱਚ ਮਹਿਮਾਨ ਨਿਵਾਜ਼ੀ ਦਾ ਤੱਤ ਹਮੇਸ਼ਾ ਪ੍ਰਤੱਖ ਰਿਹਾ ਹੈ। ਪੰਜਾਬ ਵਿੱਚ ਸ਼ੁਰੂ ਤੋਂ ਹੀ ਵੱਖ-ਵੱਖ ਅਤੇ ਸੰਯੁਕਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਰਹੀਆਂ ਹਨ। ਵੱਖ-ਵੱਖ ਭਾਸ਼ਾਵਾਂ ਅਤੇ ਬੋਲੀਆਂ ਦੇ ਬੋਲਣ ਦਾ ਸਿਲਸਿਲਾ ਇੱਥੇ ਅੱਜ ਵੀ ਜਾਰੀ ਹੈ। ਫਿਰ ਵੀ ਪੰਜਾਬ ਵਿੱਚ ਕੌਮੀ ਭਾਸ਼ਾ ਹਿੰਦੀ ਅਤੇ ਸਰਕਾਰੀ ਭਾਸ਼ਾ ਪੰਜਾਬੀ ਹੈ। ਪੰਜਾਬ ਵਿੱਚ ਮੁਸਲਮਾਨਾਂ ਦੇ ਆਉਣ ਤੋਂ ਸਿੱਖ ਧਰਮ ਦੇ 10 ਗੁਰੂਆਂ ਦੇ ਦੌਰ ਤੱਕ ਅਤੇ ਫਿਰ ਬਰਤਾਨਵੀ ਹਕੂਮਤ ਦੇ ਤਕਸੀਮ ਦਰ ਤਕਸੀਮ ਦੇ ਦੌਰੇ ਅਤੇ ਮੌਜੂਦਾ ਅਹਿਦ ਤੱਕ, ਜਦੋਂ ਅਸੀਂ ਪੰਜਾਬ ਅਤੇ ਉਰਦੂ ਦੇ ਆਪਸੀ ਰਿਸ਼ਤੇ ਦਾ ਜਾਇਜ਼ਾ ਲੈਂਦੇ ਹਾਂ ਤਾਂ ਉਰਦੂ ਦੀ ਹਰ ਪ੍ਰਗਤੀਸ਼ੀਲ ਲਹਿਰ ਦੇ ਰੋਸ਼ਨ ਤਾਣੇ-ਬਾਣੇ ਪੰਜਾਬ ਵਿੱਚ ਹੀ ਬੰਨੇ ਹੋਏ ਨਜ਼ਰ ਆਉਂਦੇ ਹਨ। ਸੱਚ ਤਾਂ ਇਹ ਹੈ ਕਿ ਪੰਜਾਬ ਉਰਦੂ ਦੀ ਰਗ-ਰਗ ਵਿੱਚ ਸਮਾਇਆ ਹੋਇਆ ਹੈ। ਉਰਦੂ ਭਾਸ਼ਾ ਤੇ ਸਾਹਿਤ ਅਤੇ ਇਸ ਦਾ ਲਬੋ ਲਹਿਜਾ ਹਰ ਵਿਅਕਤੀ ਦੀ ਸ਼ਖਸੀਅਤ ਨੂੰ ਨਿਖਾਰਦਾ ਹੈ, ਗੱਲਬਾਤ ਨੂੰ ਦਿਲ ਖਿੱਚਵਾਂ ਬਣਾ ਦਿੰਦਾ ਹੈ ਅਤੇ ਸਫਲਤਾ ਦੀ ਮੰਜ਼ਿਲ ਤੁਹਾਡੇ ਪੈਰਾਂ ਵਿੱਚ ਲਿਆ ਕੇ ਰੱਖ ਦਿੰਦਾ ਹੈ। ਇਸ ਗੱਲ ਨੂੰ ਹੇਠਾਂ ਦਿੱਤੇ ਸ਼ੇਰਾਂ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ। ਨਿਸਾਰ ਇਸ ਪਰ ਹੈ ਹਰ ਕੋਈ ਜਹਾਂ ਮੇਂ, निसार इस पर है हर कोई जहाँ में, बड़ी तहजीब है उर्दू ज़ुबान में। असर होगा तुम्हारी बात में भी, असर होगा तुम्हारी बात में भी, कहोगे जब इसे उर्दू ज़ुबान में। ਉਰਦੂ ਭਾਸ਼ਾ ਦੀ ਦੁਨੀਆ ਦੀਆਂ ਬਿਹਤਰੀਨ ਭਾਸ਼ਾਵਾਂ ਵਿੱਚ ਗਿਣਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਉਰਦੂ ਦਾ ਮਾਂ ਅਤੇ ਧੀ ਦਾ ਰਿਸ਼ਤਾ ਹੈ। ਉਰਦੂ ਭਾਸ਼ਾ ਅਤੇ ਸਾਹਿਤ ਦੀ ਤਰੱਕੀ ਵਿੱਚ ਪੰਜਾਬ ਦਾ ਵੀ ਇੱਕ ਖਾਸ ਅਤੇ ਪ੍ਰਤੱਖ ਰੋਲ ਰਿਹਾ ਹੈ। ਇਸ ਸੂਬੇ ਵਿੱਚ ਉਰਦੂ ਪੜ੍ਹਨ ਅਤੇ ਲਿਖਣ ਵਾਲਿਆਂ ਦੀ ਘਾਟ ਨਹੀਂ ਹੈ। ਕਾਫੀ ਸੰਖਿਆ ਵਿੱਚ ਉਰਦੂ ਦੇ ਸ਼ਾਇਰ ਤੇ ਸਾਹਿਤਕਾਰ ਮੌਜੂਦ ਹਨ। ਹਿੰਦੁਸਤਾਨ ਦੇ ਵੱਡੇ ਸ਼ਾਇਰਾਂ ਅਤੇ ਸਾਹਿਤਕਾਰਾਂ ਦਾ ਸੰਬੰਧ ਵੀ ਇਸ ਸੂਬੇ ਨਾਲ ਰਿਹਾ ਹੈ। ਪੰਜਾਬ ਸ਼ੁਰੂ ਤੋਂ ਹੀ ਉਰਦੂ ਕਾਵਿ ਅਤੇ ਸਾਹਿਤ ਦਾ ਕੇਂਦਰ ਰਿਹਾ ਹੈ। ਸ਼ੁਕਰੀਆ।